ਪੁੱਛੇ ਉਹਨੂੰ ਕਿ ਹਿੰਦੂ ਰਾਸ਼ਟਰ ਚਾਹੀਦਾ ਕਿ ਨਹੀਂ ਚਾਹੀਦਾ, ਕਿਉਂ ਚਾਹੀਦਾ ਹੈਗਾ। ਹਿੰਦੂ ਰਾਸ਼ਟਰ ਕਿਸੇ ਦਾ ਕਿਸੇ ਪਿਓ ਦਾ ਹੈਗਾ। ਹਿੰਦੂ ਰਾਸ਼ਟਰ ਇਹਦੇ 'ਚ ਤਾਂ ਹਰ ਇੱਕ ਦਾ ਖੂਨ ਪਸੀਨਾ ਵਾ, ਕੱਲਾ ਹਿੰਦੂਆਂ ਦਾ ਨਹੀਂ ਹੈਗਾ। ਕੰਗਣਾ ਰਣੌਤ, ਉਸ ਦਾ ਕੋਈ ਨਾ ਕੋਈ ਬਿਆਨ ਆਉਣਾ ਲਾਜ਼ਮੀ ਹੋ ਜਾਂਦਾ ਹੈ। ਕੰਗਣਾ ਰਣੌਤ ਇੱਕ ਅਜਿਹਾ ਚਿਹਰਾ ਬਾਲੀਵੁੱਡ ਦਾ ਜਿਹੜਾ ਕੋਈ ਨਾ ਕੋਈ ਵਿਵਾਦ ਦੇ ਵਿੱਚ ਆਪਣੇ ਆਪ ਆਪਣੀ ਲੱਤ ਹੈ ਜਿਹੜੀ ਟੰਗ ਹੈ ਫਸਾ ਲੈਂਦਾ। ਕਈਆਂ ਲੋਕਾਂ ਨੂੰ ਬੜੇ ਤਰ੍ਹਾਂ ਦੀਆਂ ਵੰਸਬੰਨੀਆਂ ਬਿਮਾਰੀਆਂ ਹੁੰਦੀਆਂ। ਕਿਸੇ ਨੂੰ ਬਵਾਸੀਰ ਹੁੰਦੀ, ਕਿਸੇ ਨੂੰ ਮੂੰਹ ਖੋਰ ਦੀ ਹੁੰਦੀ ਨਾ। ਇਹਨੂੰ ਕੁਝ ਪਤਾ ਤਾਂ ਹੈ ਨਹੀਂ। ਕੰਗਣਾ ਰਣੌਤ ਨੂੰ ਨਾ ਪੰਜਾਬ ਦੀ ਹਿਸਟਰੀ, ਨਾ ਸਿੱਖਾਂ ਦੀ ਹਿਸਟਰੀ, ਨਾ ਸਿੱਖ ਧਰਮ ਬਾਰੇ ਉਹਨਾਂ ਦੀ ਕੀ ਦੇਣ ਆ ਕੌਮ ਨੂੰ। ਹਿੰਦੂ ਰਾਸ਼ਟਰ ਦੀ ਗਵਾਹੀ ਭਰਦੀ ਆ ਕੰਗਣਾ ਰਣੌਤ। ਉਹਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਜੇ ਹਿੰਦੂ ਰਾਸ਼ਟਰ ਬੱਚਾ ਹੈਗਾ ਤਾਂ ਉਹ ਸਿੱਖ ਗੁਰੂ ਸਬਾਨਾ ਕਰਕੇ ਬੱਚਾ, ਉਹਨਾਂ ਦੇ ਬਲਿਦਾਨ ਕਰਕੇ ਬੱਚਾ ਹੈਗਾ। ਅੱਜ ਦੇ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈਗਾ, ਇਹਨਾਂ ਨੂੰ ਆਪਣੇ ਪੂਰਵਜਾਂ ਵੱਲ ਝਾਤੀ ਮਾਰ ਲੈਣੀ ਚਾਹੀਦੀ ਸੀ ਕਿ ਜਦੋਂ ਸੋਮਨਾਥ ਦਾ ਮੰਦਿਰ ਵੀ 14 ਵਾਰ ਲੁੱਟਿਆ ਜਾਂਦਾ ਸੀ, ਜਦੋਂ ਉੱਧਰੋਂ ਮੁਗਲ ਆਉਂਦੇ ਸੀ, ਧਾੜਵੀ ਆਉਂਦੇ ਸੀ, ਤੇ ਫਿਰ ਰਣਜੀਤ ਸਿੰਘ ਹੁਣੀ ਇੱਧਰੋਂ ਗਏ ਸੀ। ਪਰ ਇਹਨੂੰ ਲੱਗਦਾ ਕਿ ਸ਼ਾਇਦ ਹਿੰਦੁਸਤਾਨ ਮੇਰੇ ਕਹਿਣ 'ਤੇ ਚੱਲਦਾ ਨਾ। ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀ ਤੇ ਇੱਕ ਕਾਂਗਰਸ ਪਾਰਟੀ ਦੇ MLA ਵਾਰ-ਵਾਰ ਉਹਨਾਂ ਨੂੰ ਡਿਸਟਰਬ ਕਰਦੇ ਸੀ। ਨਿਰਮਲ ਸਿੰਘ ਕਾਲੋ ਸਾਹਿਬ ਕਹਿੰਦੇ, ਕਾਲੋ ਸਾਹਿਬ ਤੁਹਾਡੇ ਮਾਝੇ 'ਚ ਤੇ ਪਤਾ ਨਹੀਂ ਕੀ ਕਹਿੰਦੇ ਨੇ ਉਸ ਜਾਨਵਰ ਨੂੰ, ਸਾਡੇ ਮਾਲ ਵਿੱਚ ਇੱਕ ਟਟੀਰੀ ਆ, ਤੇ ਜਦੋਂ ਰਾਤ ਨੂੰ ਸੌਂਦੀ ਆ ਤੇ ਉਹ ਲੱਤਾਂ ਤਾਂ ਨੂੰ ਕਰਕੇ ਸੌਂਦੀ ਆ ਕਿ ਕਿਤੇ ਆਸਮਾਨ ਮੈਂ ਹੀ ਚੁੱਕਿਆ। ਤੇ ਮੈਨੂੰ ਉਹੀ ਲੱਗਦਾ ਕਿ ਕੰਗਣਾ ਰਣੌਤ ਮੈਡਮ ਨੂੰ ਵੀ ਇਹੀ ਲੱਗਦਾ ਹੈ ਕਿ ਹਿੰਦੁਸਤਾਨ ਮੇਰੇ ਕਹਿਣ 'ਤੇ ਚੱਲ ਰਿਹਾ ਜਾਂ ਮੈਂ ਹੀ ਚਲਾ ਰਹੀ ਹਾਂ ਨਾ। ਤੁਸੀਂ ਸੁਪਨੇ ਲੈ ਲਓ ਕਿ ਮੈਂ ਮੰਡੀ ਤੋਂ ਲੋਕ ਸਭਾ ਲੜਨੀ, ਤੁਹਾਨੂੰ ਟਿਕਟ ਨਹੀਂ ਮਿਲੀ, ਨਾ ਤੁਹਾਨੂੰ ਵਿਧਾਨ ਸਭਾ ਦਿੱਤੀ। ਸੁਪਨੇ ਤੁਸੀਂ ਇਹ ਲੈ ਰਹੇ ਕਿ ਸ਼ਾਇਦ ਮੈਂ ਚੰਡੀਗੜ੍ਹ ਪੜ੍ਹੀ ਹਾਂ, ਹਿਮਾਚਲ ਦਾ ਇੱਥੇ 1.5 ਲੱਖ ਹਿਮਾਚਲੀ ਰਹਿੰਦੇ ਨੇ, ਮੈਂ ਇੱਥੋਂ ਲੋਕ ਸਭਾ ਲੜੂੰਗੀ ਤੇ ਜਿੱਤ ਜੂਗੀ। ਸੰਨੀ ਦਿਓਲ ਨੇ ਤਾਂ ਕੰਮ ਕੀਤਾ ਨਹੀਂ, ਮੈਂ ਜਾ ਕੇ ਗੁਰਦਾਸਪੁਰ ਤੋਂ ਲੜਦਾ। ਉਹ ਤੈਨੂੰ ਭਾਈ ਪੰਜਾਬ 'ਚ ਕੋਈ ਵੜਨ ਦਊਗਾ? ਤੁਸੀਂ ਤੇ ਪੰਜਾਬ ਦੀਆਂ ਉਹ ਕੁੱਖਾਂ ਨੂੰ ਵੀ ਤੁਸੀਂ 100 ਰੁਪਏ ਦਿਹਾੜੀ ਤੇ ਕਹਿਣ ਵਾਲਾ ਕਹਿਤਾ ਹੈ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਗੱਲ ਕਰਾਂਗੇ ਹਰੇਕ ਮਸਲੇ ਦੇ ਉੱਤੇ ਜਦੋਂ ਕੋਈ ਨਾ ਕੋਈ ਚਰਚਾ ਛਿੜਦੀ ਹੈ ਤਾਂ ਇੱਕ ਬਾਲੀਵੁੱਡ ਤੋਂ ਐਕਟਰੈਸ ਕੰਗਣਾ ਰਣੌਤ, ਉਸ ਦਾ ਕੋਈ ਨਾ ਕੋਈ ਬਿਆਨ ਆਉਣਾ ਲਾਜ਼ਮੀ ਹੋ ਜਾਂਦਾ ਹੈ। ਕਿਸਾਨੀ ਅੰਦੋਲਨ ਵੇਲੇ ਉਸਨੇ ਪੁੱਠੀ ਸਿੱਧੀ ਬਿਆਨਬਾਜ਼ੀ ਕੀਤੀ ਤੇ ਫਿਰ ਭੁਗਤਣਾ ਵੀ ਪਿਆ। ਫਿਰ ਇਸ ਪਾਸਿਓਂ ਵੀ ਕਲਾਕਾਰਾਂ ਨੇ ਜਵਾਬ ਦਿੱਤੇ, ਪੰਜਾਬ ਦੇ ਕਲਾਕਾਰਾਂ ਨੇ, ਕਿ ਕੰਗਣਾ ਰਣੌਤ ਕੌਣ ਹੁੰਦੀ ਹੈ ਸਾਨੂੰ ਖਾਲਿਸਤਾਨੀ ਅੱਤਵਾਦੀ ਕਹਿਣ ਵਾਲੀ। ਹੁਣ ਖਾਲਿਸਤਾਨ ਦੇ ਮਸਲੇ ਤੇ ਜੋ ਘਟਨਾਕ੍ਰਮ ਪੰਜਾਬ ਦੇ ਵਿੱਚ ਪਿਛਲੇ ਦਿਨਾਂ 'ਚ ਵਾਪਰ ਰਿਹਾ ਉਸ ਤੇ ਚਰਚਾ ਚੱਲ ਰਹੀ ਹੈ ਤੇ ਕੰਗਣਾ ਰਣੌਤ ਨੇ ਅਜਿਹਾ ਬਿਆਨ ਕੀ ਦਿੱਤਾ, ਇਸ ਤੇ ਚਰਚਾ ਕਰਾਂਗੇ ਕਿ ਉਸਨੇ ਵਾਰ-ਵਾਰ ਅਜਿਹਾ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਹੈ, ਉਸਨੂੰ ਕੌਣ ਸੱਦਾ ਦਿੰਦਾ ਹੈ ਕਿ ਤੂੰ ਆ ਤੇ ਔਰ ਦਖਲ ਅੰਦਾਜ਼ੀ ਕਰ। ਇਸ ਮਸਲੇ ਤੇ ਗੱਲ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਨੇ। ਭੁੱਲਰ ਸਾਹਿਬ, ਕੰਗਣਾ ਰਣੌਤ ਇੱਕ ਅਜਿਹਾ ਚਿਹਰਾ ਬਾਲੀਵੁੱਡ ਦਾ ਜਿਹੜਾ ਕੋਈ ਨਾ ਕੋਈ ਵਿਵਾਦ ਦੇ ਵਿੱਚ ਆਪਣੇ ਆਪ ਆਪਣੀ ਲੱਤ ਹੈ ਜਿਹੜੀ ਟੰਗ ਹੈ ਫਸਾ ਲੈਂਦਾ, ਤੇ ਹੁਣ ਫਿਰ ਜਵਾਬ ਜਿਹੜਾ ਦਿੱਤਾ ਗਿਆ, ਇੱਕ ਟਿੱਪਣੀ ਕੀਤੀ ਗਈ, ਉਸ ਨੂੰ ਕਿਵੇਂ ਵੇਖਿਆ ਜਾਏ? ਸੰਦੀਪ, ਕਈਆਂ ਲੋਕਾਂ ਨੂੰ ਬੜੇ ਤਰ੍ਹਾਂ ਦੀਆਂ ਵੰਸਬੰਨੀਆਂ ਬਿਮਾਰੀਆਂ ਹੁੰਦੀਆਂ। ਕਿਸੇ ਨੂੰ ਬਵਾਸੀਰ ਹੁੰਦੀ, ਕਿਸੇ ਨੂੰ ਮੂੰਹ ਖੋਰ ਦੀ ਹੁੰਦੀ ਨਾ। ਉਹਨਾਂ 'ਚ ਬਹੁਤ ਸਾਰੇ ਲੀਡਰ ਹੈਗੇ ਨੇ ਕਿ ਜਿਨ੍ਹਾਂ ਨੇ ਬੋਲਣਾ ਹੁੰਦਾ, ਬੋਲਣ ਤੋਂ ਬਗੈਰ ਰਹਿ ਨਹੀਂ ਸਕਦੇ ਹੈਗੇ। ਔਰ ਕਈ ਇੱਦਾਂ ਦੇ ਜਦੋਂ ਵੀ ਬੋਲਦੇ ਨੇ, ਸਿਆਣੇ ਕਹਿੰਦੇ ਮੁਰਦਾ ਬੋਲੂ ਤੇ ਕੱਫਣ ਹੀ ਪਾੜੂਗਾ। ਇਹਨੂੰ ਕੁਝ ਪਤਾ ਤਾਂ ਹੈ ਨਹੀਂ ਕੰਗਣਾ ਰਣੌਤ ਨੂੰ, ਨਾ ਪੰਜਾਬ ਦੀ ਹਿਸਟਰੀ, ਨਾ ਸਿੱਖਾਂ ਦੀ ਹਿਸਟਰੀ, ਨਾ ਸਿੱਖ ਧਰਮ ਬਾਰੇ ਉਹਨਾਂ ਦੀ ਕੀ ਦੇਣ ਆ ਕੌਮ ਨੂੰ, ਦੇਸ਼ ਨੂੰ। ਉਹ ਜਿਸ ਹਿੰਦੂ ਰਾਸ਼ਟਰ ਦੀ ਗਵਾਹੀ ਭਰਦੀ ਆ ਕੰਗਣਾ ਰਣੌਤ, ਉਹਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਜੇ ਹਿੰਦੂ ਰਾਸ਼ਟਰ ਬੱਚਾ ਹੈਗਾ ਤਾਂ ਉਹ ਸਿੱਖ ਗੁਰੂ ਸਬਾਨਾ ਕਰਕੇ ਬੱਚਾ, ਉਹਨਾਂ ਦੇ ਬਲਿਦਾਨ ਕਰਕੇ ਬੱਚਾ ਹੈਗਾ। ਅੱਜ ਦੇ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈਗਾ, ਇਹਨਾਂ ਨੂੰ ਆਪਣੇ ਪੂਰਵਜਾਂ ਵੱਲ ਝਾਤੀ ਮਾਰ ਲੈਣੀ ਚਾਹੀਦੀ ਸੀ ਕਿ ਜਦੋਂ ਸੋਮਨਾਥ ਦਾ ਮੰਦਿਰ ਵੀ 14 ਵਾਰ ਲੁੱਟਿਆ ਜਾਂਦਾ ਸੀ ਤੇ ਚੂੰ ਨਹੀਂ ਕਰਦੇ ਸੀ, ਤੇ ਫਿਰ ਗੁਰੂ ਸਾਹਿਬ ਤੋਂ ਬਾਅਦ ਜਿਹੜੇ ਖਾਲਸਾ ਰਾਜ ਰਿਹਾ, ਰਣਜੀਤ ਸਿੰਘ ਦਾ ਰਾਜ ਰਿਹਾ, ਜਦੋਂ ਉੱਧਰੋਂ ਮੁਗਲ ਆਉਂਦੇ ਸੀ, ਧਾੜਵੀ ਆਉਂਦੇ ਸੀ, ਤੇ ਫਿਰ ਰਣਜੀਤ ਸਿੰਘ ਹੁਣੀ ਇੱਧਰੋਂ ਗਏ ਸੀ। ਠੀਕ ਹੈ ਜੀ, ਇਹਨਾਂ ਨੂੰ ਪਤਾ ਤਾਂ ਹੈ ਨਹੀਂ। ਪਰ ਇਹਨੂੰ ਲੱਗਦਾ ਕਿ ਸ਼ਾਇਦ ਹਿੰਦੁਸਤਾਨ ਮੇਰੇ ਕਹਿਣ 'ਤੇ ਚੱਲਦਾ ਨਾ। ਮੈਨੂੰ ਯਾਦ ਆ ਗਈ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀ ਤੇ ਇੱਕ ਕਾਂਗਰਸ ਪਾਰਟੀ ਦੇ MLA ਵਾਰ-ਵਾਰ ਉਹਨਾਂ ਨੂੰ ਡਿਸਟਰਬ ਕਰਦੇ ਸੀ। ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਦੋਂ ਗੱਲ ਕਰਦੇ ਬੜੇ ਤਰੀਕੇ ਨਾਲ ਕਰਦੇ ਗੱਲ, ਔਰ ਜਦੋਂ ਚੋਟ ਵੀ ਕਰਦੇ ਤੇ ਕਿਸੇ ਨੂੰ ਪਤਾ ਲੱਗਦਾ ਕਿ ਪੈਰ ਗਿੱਟੇ ਛਾਂਗੇ ਗਏ ਨੇ, ਪਰ ਬਾਅਦ 'ਚ ਸਮਝ ਲੱਗਦੀ। ਤੇ ਉਹ ਸਪੀਕਰ ਉਦੋਂ ਨਿਰਮਲ ਸਿੰਘ ਕਾਲੋ ਸਾਹਿਬ ਕਹਿੰਦੇ, ਕਾਲੋ ਸਾਹਿਬ ਤੁਹਾਡੇ ਮਾਝੇ 'ਚ ਤੇ ਪਤਾ ਨਹੀਂ ਕੀ ਕਹਿੰਦੇ ਨੇ ਉਸ ਜਾਨਵਰ ਨੂੰ, ਸਾਡੇ ਮਾਲ ਵਿੱਚ ਇੱਕ ਟਟੀਰੀ ਆ, ਤੇ ਜਦੋਂ ਰਾਤ ਨੂੰ ਸੌਂਦੀ ਆ ਤੇ ਉਹ ਲੱਤਾਂ ਤਾਂ ਨੂੰ ਕਰਕੇ ਸੌਂਦੀ ਆ ਕਿ ਕਿਤੇ ਆਸਮਾਨ ਮੈਂ ਹੀ ਚੁੱਕਿਆ। ਤੇ ਮੈਨੂੰ ਉਹੀ ਲੱਗਦਾ ਕਿ ਕੰਗਣਾ ਰਣੌਤ ਮੈਡਮ ਨੂੰ ਵੀ ਇਹੀ ਲੱਗਦਾ ਹੈ ਕਿ ਹਿੰਦੁਸਤਾਨ ਮੇਰੇ ਕਹਿਣ 'ਤੇ ਚੱਲ
ਚੱਲ ਰਿਹਾ ਜਾਂ ਮੈਂ ਹੀ ਚਲਾ ਰਹੀ ਹਾਂ ਨਾ, ਤੇ ਉਹਨੂੰ ਆਪਣੀ ਕਿਉਂਕਿ TRP ਚਾਹੀਦੀ ਹੈ ਬੇਸਿਕਲੀ। ਕੰਗਨਾ ਰਣੌਤ TRP ਦੀ ਭੁੱਖੀ, ਉਹਨੂੰ TRP ਚਾਹੀਦੀ ਆ। ਫਿਲਮਾਂ ਚੱਲ ਰਹੀਆਂ ਬਾਲੀਵੁੱਡ ਦੇ ਵਿੱਚ, ਉਹਦੇ ਪੰਗੇ ਨੇ। ਤੁਸੀਂ BJP ਦੇ ਥਾਪੜੀ ਦੇ ਨਾਲ ਜਾਂ ਕੱਟੜ ਹਿੰਦੂਆਂ ਦੇ ਸਾਈਕੀ ਨਾਲ ਜਾਂ ਉਹਨਾਂ ਦੇ ਸਾਏ ਹੇਠ ਕਿੰਨੀ ਕੀ ਆਪਣੀ ਅਦਾਕਾਰੀ ਕਰ ਲੋਗੇ, ਕਿੰਨੀ ਕੀ ਆਪਣੀ ਪੋਲਿਟਿਕਸ ਕਰ ਲੋਗੇ ਨਾ। ਜੋ ਤੁਸੀਂ ਚਮਚਾਗਿਰੀ ਕਰਕੇ ਮਾਣ ਸਨਮਾਨ ਪਦਮ ਸ਼੍ਰੀ ਤੱਕ ਲੈਣੇ ਸੀ, ਲੈ ਲਏ। ਹੁਣ ਤੁਸੀਂ ਅਗਰ ਜਾਣ ਬੁੱਝ ਕੇ ਅੱਗ 'ਚ ਘਿਓ ਪਾਉਣ ਦਾ ਗੱਲ ਕਰੋਗੇ ਤਾਂ ਕਰੀ ਚਲੋ। ਤੁਸੀਂ ਸੁਪਨੇ ਲੈ ਲਓ ਕਿ ਮੈਂ ਮੰਡੀ ਤੋਂ ਲੋਕ ਸਭਾ ਲੜਨੀ, ਤੁਹਾਨੂੰ ਟਿਕਟ ਨਹੀਂ ਮਿਲੀ, ਨਾ ਤੁਹਾਨੂੰ ਵਿਧਾਨ ਸਭਾ ਦਿੱਤੀ। ਸੁਪਨੇ ਤੁਸੀਂ ਇਹ ਲੈ ਰਹੇ ਕਿ ਸ਼ਾਇਦ ਮੈਂ ਚੰਡੀਗੜ੍ਹ ਪੜ੍ਹੀ ਹਾਂ, ਹਿਮਾਚਲ ਦਾ ਇੱਥੇ 1.5 ਲੱਖ ਹਿਮਾਚਲੀ ਰਹਿੰਦੇ ਨੇ, ਮੈਂ ਇੱਥੋਂ ਲੋਕ ਸਭਾ ਲੜੂੰਗੀ ਤੇ ਜਿੱਤ ਜੂਗੀ। ਜਾਂ ਹੁਣ ਸੁਪਨੇ ਇਹ ਲੈ ਰਹੀ ਹੈ ਕਿ ਸ਼ਾਇਦ ਸੰਨੀ ਦਿਓਲ ਨੇ ਤਾਂ ਕੰਮ ਕੀਤਾ ਨਹੀਂ, ਮੈਂ ਜਾ ਕੇ ਗੁਰਦਾਸਪੁਰ ਤੋਂ ਲੜਦਾ। ਉਹ ਤੈਨੂੰ ਭਾਈ ਪੰਜਾਬ 'ਚ ਕੋਈ ਵੜਨ ਦਊਗਾ? ਤੁਸੀਂ ਤੇ ਪੰਜਾਬ ਦੀਆਂ ਉਹ ਕੁੱਖਾਂ ਨੂੰ ਵੀ ਤੁਸੀਂ 100 ਰੁਪਏ ਦਿਹਾੜੀ ਤੇ ਕਹਿਣ ਵਾਲਾ ਕਹਿਤਾ ਹੈ। ਤੁਸੀਂ ਪੰਜਾਬ ਤੇ ਆਓ, ਪੰਜਾਬ ਨੂੰ ਪਹਿਲਾਂ ਸਮਝੋ। ਬੰਬੇ ਬੈਠ ਕੇ ਤੇ ਜੋ ਮਰਜ਼ੀ ਜਿਹੜਾ ਹਿੰਦੁਸਤਾਨ ਦਾ ਜਿਹੜਾ ਵੀ ਬੰਦਾ ਬੈਠਾ, ਚਾਹੇ ਦਿੱਲੀ ਬੈਠਾ ਚਾਹੇ ਬੰਬੇ ਬੈਠਾ, ਪੰਜਾਬ ਬਾਰੇ ਸਿੱਖ ਕੌਮ ਬਾਰੇ ਦੁਨੀਆ ਭਰ ਦਾ ਬਕਵਾਸ ਕਰਦਾ ਗਾ। ਉਹਨੂੰ ਪਤਾ ਨਹੀਂ ਹੈਗਾ, ਉਹਨੂੰ ਲੱਗਦਾ ਕਿ ਪਤਾ ਨਹੀਂ ਹਿੰਦੁਸਤਾਨ ਚੋਂ ਟੁੱਟ ਜੂਗਾ ਪੰਜਾਬ। ਪੰਜਾਬ ਕਿਵੇਂ ਟੁੱਟ ਜੂਗਾ? ਪੰਜਾਬ ਕਰਕੇ ਹਿੰਦੁਸਤਾਨ ਬਚਿਆ, ਹਿੰਦੁਸਤਾਨ ਕਰਕੇ ਪੰਜਾਬ ਨਹੀਂ ਬਚਿਆ ਸਦੀਆਂ ਤੋਂ, ਔਰ ਆਉਣ ਵਾਲੀਆਂ ਸਦੀਆਂ 'ਚ ਪੰਜਾਬ ਕਰਕੇ ਹਮੇਸ਼ਾ ਹਿੰਦੁਸਤਾਨ ਬਚਿਆ ਰਹੂਗਾ। ਤੇ ਮੈਨੂੰ ਇਹ ਲੱਗਦਾ ਕਿ ਜੇ ਕੰਗਨਾ ਰਣੌਤ ਇਹ ਕਹਿ ਰਹੀ ਹੈ ਕਿ ਖਾਲਿਸਤਾਨ ਜਿਹੜੇ ਨੌਨ ਖਾਲਿਸਤਾਨੀ ਲੋਕ ਨੇ ਜਾਂ ਸੈਕੂਲਰ ਲੋਕ ਆ, ਤੇ ਸਿੱਖਾਂ ਤੋਂ ਵੱਧ ਕੋਈ ਸੈਕੂਲਰ ਹੈ ਨਹੀਂ ਦੁਨੀਆ ਦੇ ਵਿੱਚ। ਤੇ ਜੇ ਅੰਮ੍ਰਿਤਪਾਲ ਦੀ ਟਿੱਪਣੀ ਜਾਂ ਅੰਮ੍ਰਿਤਪਾਲ ਦਾ ਤੈਨੂੰ ਰਵੱਈਆ ਲੱਗ ਰਿਹਾ ਕਿ ਉਹ ਸ਼ਾਇਦ ਅੰਮ੍ਰਿਤਪਾਲ ਕਿਤੇ ਪੰਜਾਬੀਆਂ ਦਾ ਲੀਡਰ ਆ, ਅੰਮ੍ਰਿਤਪਾਲ ਕੀ ਸਿੱਖਾਂ ਦਾ ਲੀਡਰ ਆ, ਮਤਲਬ ਸਾਨੂੰ ਸਿੱਖਾਂ ਨੂੰ, ਪੰਜਾਬ ਦੇ ਸਿੱਖਾਂ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦੇ ਯਤਨ ਕੀਤੇ ਜਾ ਰਹੇ ਵਰਲਡ ਵਾਈਡ। ਕੰਗਨਾ ਰਣੌਤ ਨੂੰ ਇਹ ਤੇ ਦਿਖ ਪਿਆ, ਇੱਕ ਦਿਨ ਦਾ ਐਕਸ਼ਨ ਦਿਖ ਗਿਆ। ਕੰਗਨਾ ਰਣੌਤ ਨੂੰ ਇਹ ਤਾਂ ਦਿਖਿਆ ਨਹੀਂ ਖਾਲਸਾ ਐਡ ਵਾਲੇ ਜਾ ਕੇ ਕਿੱਥੇ ਕਿੱਥੇ ਮਦਦ ਕਰਦੇ ਨੇ। ਉਹ ਹਿੰਦੂਆਂ ਦੀ ਵੀ ਕਰਦੇ ਨੇ, ਈਸਾਈਆਂ ਦੀ ਵੀ ਕਰਦੇ ਨੇ, ਹਰ ਇੱਕ ਦੀ। ਉਹ ਤੇ ਕੰਗਨਾ ਰਣੌਤ ਨੂੰ ਅੱਖਾਂ 'ਚ ਮੋਤੀ ਆ ਜਾਂਦਾ ਹੈਗਾ। ਤੇ ਜੇ ਕੰਗਨਾ ਰਣੌਤ ਨੂੰ ਇੱਕ ਦਿਨ ਦਾ ਜਿਹੜਾ ਅੰਮ੍ਰਿਤਪਾਲ ਦਾ ਐਕਸ਼ਨ ਮਾੜਾ ਲੱਗਦਾ, ਤੇ ਫਿਰ ਉਹ ਐਕਸ਼ਨ ਤੇ ਉਹ ਵੀ ਆ ਮਾੜਾ। RSS ਦਾ ਵੀ ਮਾੜਾ, ਜਿਹੜਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ। ਤੇ ਆਪਣੀਆਂ ਨਜ਼ਰਾਂ ਦੇ ਨਾਲ ਇਹ ਕੀ ਆ ਕਿ ਦੇਸ਼ ਵਾਸਤੇ ਖਾਲਿਸਤਾਨ ਵੀ ਮਾੜਾ, ਤੇ ਦੇਸ਼ ਵਾਸਤੇ ਜਿਹੜਾ ਹਿੰਦੂ ਰਾਸ਼ਟਰ ਬਣਾਉਣ ਦੇ ਜਿਹੜੀਆਂ ਕੋਸ਼ਿਸ਼ਾਂ ਰਹੀਆਂ ਉਹ ਵੀ ਮਾੜੀਆਂ ਨੇ। ਅਜਿਹੇ ਚਿਹਰਿਆਂ ਨੂੰ ਬਾਲੀਵੁੱਡ ਤੋਂ ਬਹੁਤ ਸਾਰੇ ਅਜਿਹੇ ਨੇ, ਜਦੋਂ ਇੰਟਰਵਿਊ ਪ੍ਰਧਾਨ ਮੰਤਰੀ ਦੀ ਹੁੰਦੀ ਹੈ ਤੇ ਉਦੋਂ ਵੀ ਬੜੀ ਚਾਪਲੂਸੀ ਤੱਕ ਕਿਸ ਕਦਰ ਤੱਕ ਕੀਤੀ ਜਾਂਦੀ ਹੈ। ਇੱਕ ਉਹ ਵੀ ਚਿਹਰੇ ਨੇ, ਇਹ ਅਜਿਹੇ ਚਿਹਰੇ ਵੀ ਨੇ, ਔਰ ਨੈਸ਼ਨਲ ਮੀਡੀਆ ਤੇ ਇਹਨਾਂ ਨੂੰ ਥਾਂ ਵੀ ਉਸ ਢੰਗ ਨਾਲ ਦਿੱਤੀ ਜਾਂਦੀ ਹੈ। ਜਦੋਂ ਵਾਰ-ਵਾਰ ਡਿਬੇਟਾਂ ਹੁੰਦੀਆਂ ਹਿੰਦੂ ਰਾਸ਼ਟਰ ਬਣਾਉਣ ਦੇ ਨਾਮ ਦੇ ਉੱਤੇ, ਫਿਰ ਖਾਲਿਸਤਾਨ ਬਣਾਉਣ ਦੇ ਨਾਮ ਦੇ ਉੱਤੇ ਜਦੋਂ ਗੱਲ ਚੱਲਦੀ ਹੈ ਤੇ ਇਹ ਕਹਿੰਦੇ ਆ ਕਿ ਇਹ ਨਹੀਂ ਬਣਨਾ ਚਾਹੀਦਾ, ਪਰ ਉਸ ਪਾਸੇ ਅਸੀਂ ਸਮਰਥਕ ਦਿੰਦੇ ਹਾਂ। ਦੋਹਰੇ ਮਾਪਦੰਡ ਆ ਇਹਨਾਂ ਦੇ। ਮਸਲਾ ਇਹ ਨਾ ਕਿ ਹਿੰਦੁਸਤਾਨ ਦੇ ਵਿੱਚ 80% ਉਹ ਰਹਿੰਦੇ ਨੇ, ਹਿੰਦੂ ਰਹਿੰਦੇ ਨੇ। ਹਿੰਦੂ ਰਹਿਣ ਦਾ ਮਤਲਬ ਹਿੰਦੂ ਰਾਸ਼ਟਰ ਥੋੜ੍ਹਾ ਬਣਾ ਸਕਦੇ ਹੈਗੇ ਨੇ। ਔਰ ਸਭ ਤੋਂ ਵੱਡੀ ਹਿੰਦੁਸਤਾਨ ਦਾ ਨਾਮ ਕਿਉਂ ਰੱਖਿਆ ਗਿਆ? ਜਾਂ ਤਾਂ ਭਾਰਤ ਆ, ਪਰ ਜਾਣ ਬੁੱਝ ਕੇ ਹਿੰਦੁਸਤਾਨ ਹੌਲੀ ਹੌਲੀ ਹਿੰਦੂ ਕਹਿਣ ਲੱਗ ਪਏ। ਹਿੰਦੂਆਂ ਦਾ ਪਹਿਲਾਂ ਪੜਚੋਲ ਕਰਨੀ ਚਾਹੀਦੀ ਹੈ ਕਿ ਹਿੰਦੂਆਂ ਦੀ ਦੇਣ ਕੀ ਹੈਗੀ। ਹਿੰਦੂ ਰਾਸ਼ਟਰ ਤਾਂ ਬਣਾਓਗੇ। ਮੰਨਿਆ ਕਿ 80% ਦੀ ਲੋਕੀ ਅੱਜ 80% ਹਿੰਦੂ, ਔਰ ਜਦੋਂ ਦੀ BJP ਸਰਕਾਰ ਹੀ ਉਹਨਾਂ ਇੱਕ ਐਡੀ ਵੱਡੀ ਲਕੀਰ ਖਿੱਚਤੀ ਹੈਗੀ ਆ, ਉਹਨੂੰ ਨਾ ਕਾਂਗਰਸ ਪਾਰਟੀ ਉਸ ਲਕੀਰ ਨੂੰ ਮਿਟੇ ਸਕਦੇ ਨੇ, ਨਾ ਸਾਰਾ ਗੱਠ ਜੋੜ ਮਿਟੇ ਸਕਦਾ, ਕਿਉਂਕਿ ਇਹਨਾਂ ਨੇ ਐਡਾ ਜ਼ਿਆਦਾ ਸਮਾਜ ਦੇ ਵਿੱਚ ਜ਼ਹਿਰ ਪਾ ਦਿੱਤਾ। ਉਹਨਾਂ ਜ਼ਹਿਰਾਂ 'ਚੋਂ ਇੱਕ ਜਿਹੜਾ ਸਪੋਲੀਆ, ਬਹੁਤ ਸਾਰੇ ਸਪੋਲੀਏ ਨੇ, ਉਹਨਾਂ ਸਪੋਲੀਆਂ 'ਚੋਂ ਇੱਕ ਕੰਗਨਾ ਰਣੌਤ ਵੀ ਆ। ਉਹਨਾਂ ਸਪੋਲੀਆਂ ਦੇ ਵਿੱਚ ਨੈਸ਼ਨਲ ਮੀਡੀਆ 'ਚ ਬੈਠੇ ਐਂਕਰ ਵੀ ਆ। ਠੀਕ ਹੈ, ਉਹਨਾਂ ਨੂੰ ਇਹ ਤਾਂ ਦਿਖਦਾ ਨਹੀਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਹੋ ਰਹੀਆਂ ਨੇ, ਉਹਨਾਂ ਨੂੰ ਇਹ ਦਿਖਦਾ ਅੰਮ੍ਰਿਤਪਾਲ ਦਿਖਦਾ ਗਾ। ਅਤੇ ਮੈਨੂੰ ਲੱਗਦਾ ਕਿ ਜਿਹੜੇ ਇੱਦਾਂ ਦੇ ਲੋਕ ਨੇ, ਚਾਹੇ ਉਹ ਖਾਲਿਸਤਾਨ ਬਣਾਉਣ ਵਾਲੇ ਨੇ, ਚਾਹੇ ਹਿੰਦੂ ਰਾਸ਼ਟਰ ਬਣਾ, ਬੇਸਿਕਲੀ ਇਹ ਨੇ ਦੇਸ਼ ਵਿਰੋਧੀ ਲੋਕ। ਇਹਨਾਂ 'ਤੇ ਪਰਚੇ ਦਰਜ ਹੋਣੇ ਚਾਹੀਦੇ। ਇਹ ਅਸਲ 'ਚ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਖਾਲਿਸਤਾਨ ਬਣਾਉਂਦੀਆਂ ਵੀ ਗੱਲ ਕਰਦੇ ਨੇ, ਤੇ ਜਿਹੜੇ ਹਿੰਦੂ ਰਾਸ਼ਟਰ ਬਣਾਉਂਦੀਆਂ ਵੀ ਗੱਲਾਂ ਕਰਦੇ ਨੇ। ਤੇ ਇਸ ਕਰਕੇ ਇਹਨਾਂ 'ਤੇ ਆਪਣਾ ਪਰਚੇ ਦਰਜ ਹੋਣੇ। ਕੰਗਨਾ ਰਣੌਤ ਨੂੰ ਪੁੱਛਣਾ ਚਾਹੀਦਾ ਨਾ ਕਿ ਮੋਹਨ ਭਾਗਵਤ ਬਾਰੇ ਟਿੱਪਣੀ ਕੀ ਆ। ਮੋਹਨ ਭਾਗਵਤ ਕੀ ਲਗਾਤਾਰ ਕਹਿ ਰਹੇ ਨੇ। ਮੋਹਨ ਭਾਗਵਤ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ, ਕਦੀ ਦੇਸ਼ ਦੇ ਗ੍ਰਹਿ ਮੰਤਰੀ ਨੇ ਉਸ 'ਤੇ ਟਿੱਪਣੀ ਕੀਤੀ, ਕਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ, ਕਦੀ ਦੇਸ਼ ਦੇ ਰਾਸ਼ਟਰਪਤੀ ਨੇ ਕੀਤੀ। ਤੇ ਕੰਗਨਾ ਰਣੌਤ ਕਰਨਾ ਪੁੱਛਣ, ਮੋਹਨ ਭਾਗਵਤ ਨਾ ਪੁੱਛੇ। ਮਤਲਬ ਇੱਦਾਂ ਦੇ ਲੋਕ ਬਹੁਤ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਦੱਲੇ ਲੋਕ ਹੁੰਦੇ ਨੇ, ਤੇ ਉਹ ਦੱਲਿਆਂ ਦੀ ਕੋਈ ਵਕਤ ਤਾਂ ਹੁੰਦੀ ਨਹੀਂ ਆ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਲੋਕ ਨੇ ਅਸਲ 'ਚ ਜਿਹੜੇ ਭਾਰਤ ਦੇ ਵਿਰੋਧੀ ਨੇ, ਇੰਡੀਆ ਦੇ ਵਿਰੋਧੀ ਆ, ਦੇਸ਼ ਵਿਰੋਧੀ ਆ, ਸਮਾਜ ਵਿਰੋਧੀ ਆ, ਲੋਕ ਵਿਰੋਧੀ ਆ। ਅਸਲ 'ਚ ਇਹ ਉਹ ਲੋਕ ਨੇ, ਇਹ ਖੁਦ ਅਜਿਹੀਆਂ ਸ਼ਕਤੀਆਂ ਦੇ ਮੋਹਰੇ ਨੇ
ਪੇੜ ਹੋ ਸਕਦੇ ਨੇ ਜਿਹੜੇ ਹਿੰਦੁਸਤਾਨ ਨੂੰ ਵੰਡਣ ਦੀਆਂ ਤੋੜਨ ਦੀਆਂ ਗੱਲਾਂ ਕਰਦੇ ਤੇ ਇੱਕ ਫਿਰਕੇ ਦੇ ਨਾਲ ਜੋੜ ਕੇ ਰੱਖ ਰਹੇ ਨੇ। ਇੱਕ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਦੀ ਟਿੱਪਣੀ ਕੋਈ ਹੋਰ ਹੋ ਰਹੀ ਹੋਵੇ, ਚੱਲ ਰਹੀ ਹੋਵੇ, ਕੰਗਣਾ ਰਣੌਤ ਵਰਗੇ ਜਦੋਂ ਅਜਿਹੇ ਬਿਆਨ ਦੇ ਦੇਣ, ਟਿੱਪਣੀਆਂ ਕਰ ਦਿੰਦੇ ਆ, ਫਿਰ ਚਰਚਾ ਹੋਰ ਪਾਸੇ ਛਿੜ ਜਾਂਦੀ ਹੈ। ਕਦੇ ਇਹਨਾਂ ਨੇ ਬੇਰੁਜ਼ਗਾਰੀ ਤੇ ਦੇਸ਼ ਵਿੱਚ ਕਿੰਨੀ ਹੈ, ਗਰੀਬੀ ਕਿੰਨੀ ਹੈ, ਉਸ ਤੇ ਕੋਈ ਚਰਚਾ ਨਹੀਂ ਕਰਦੇ, ਨਾ ਸਵਾਲ ਕਰਦੇ ਆ ਸੱਤਾ ਨੂੰ ਸਵਾਲ ਕਰਨ ਦੀ ਬਜਾਏ ਸ਼ੈਲਟਰ ਲੈਂਦੇ ਆ ਇਸ ਤਰ੍ਹਾਂ ਦੇ ਬਿਆਨ ਦੇ ਕੇ। ਦੇਖੋ ਕੰਗਣਾ ਰਣੌਤ ਤੇ ਮੈਨੂੰ ਲੱਗਦਾ ਕਿ ਬੀਜੇਪੀ ਦੀ ਚੇਲਣ ਹੀ ਆ, ਹਾਲਾਂਕਿ ਉਹਨੇ ਭਗਵਾ ਰੰਗ ਤੇ ਪਾਇਆ ਨਹੀਂ ਨਾ। ਉਹ ਜਦੋਂ ਭਗਵਾ ਰੰਗ ਤੇ ਇਹਨਾਂ ਨੇ ਇਸ਼ੂ ਕੀਤਾ ਹੀ ਖੜਾ ਬੀਜੇਪੀ ਵਾਲਿਆਂ ਨੇ, ਜਿਹੜੇ ਇਹਨਾਂ ਦੇ ਹਮੈਤੀ ਨੇ ਫਿਲਮ ਜਿਹੜੀ ਪਠਾਨ ਦੇ ਵਿੱਚ ਬੇਸ਼ਰਮ ਰੰਗ, ਉਦੋਂ ਕਿਉਂ ਨਹੀਂ ਬੋਲੀ ਕੰਗਣਾ ਰਣੌਤ? ਉਹ ਫਿਰ ਜਦੋਂ ਜਿਹੜੀ ਬਿੱਲੀ ਜਿਹੜੇ ਰੇਪਸ ਸਾਰੇ ਬਲਾਤਕਾਰ ਰਿਹਾ ਕਰ ਦਿੱਤੇ ਗਏ, ਉਦੋਂ ਕੰਗਣਾ ਰਣੌਤ ਦੀ ਜ਼ਬਾਨ ਨੂੰ ਵਲ ਪੈ ਗਿਆ ਸੀ। ਇੱਕ ਔਰਤ ਹੋਣ ਦੇ ਨਾਤੇ ਤੇ ਬੋਲਦੀ, ਉਦੋਂ ਤੇ ਸਮ੍ਰਿਤੀ ਰਾਣੀ ਨੂੰ ਵੀ ਬੋਲਣਾ ਚਾਹੀਦਾ ਸੀ। ਪਰ ਇਹ ਲੋਕ ਉਹ ਨੇ ਜਦੋਂ ਬੀਜੇਪੀ ਤੇ ਜਾਂ ਗੌਰਮੈਂਟ ਆਫ ਇੰਡੀਆ ਤੇ ਕਹਿਣ ਤੇ ਬੋਲਦੇ ਨੇ ਕਿ ਜਦੋਂ ਦੇਸ਼ ਦੇ ਵਿੱਚ ਬਹੁਤ ਵੱਡਾ ਮੁੱਦਾ ਬਣ ਜੇ, ਮੁੱਦਾ ਡਿਵਰਟ ਕਰਨ ਵਾਸਤੇ ਇਹਨਾਂ ਲੋਕਾਂ ਨੂੰ ਵਰਤਿਆ ਜਾਂਦਾ ਹੈਗਾ। ਚਾਹੇ ਨੈਸ਼ਨਲ ਮੀਡੀਆ 'ਚ ਬੈਠੇ ਜਿਹੜੇ ਪੱਤਰਕਾਰ ਜਾਂ ਐਂਕਰ, ਉਹਨਾਂ ਨੂੰ ਵਰਤਿਆ ਜਾਂਦਾ, ਹੁਣ ਤਾਂ ਮਾਲਕਾਂ ਨੂੰ ਵੀ ਵਰਤਿਆ ਜਾ ਰਿਹਾ ਹੈਗਾ। ਕੱਲ੍ਹ ਨੂੰ ਇਹੋ ਜਿਹੜੇ ਨੈਸ਼ਨਲ ਮੀਡੀਆ ਦੇ ਵਿੱਚ ਅੱਜ ਮੋਦੀ ਬੀਜੇਪੀ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ, ਕੱਲ੍ਹ ਨੂੰ ਕਿਤੇ ਹੋਰ ਚੰਗੇ ਚੈਨਲ 'ਚ ਚਲੇ ਜਾਣ, ਉਹਨਾਂ ਦੀ ਭਾਸ਼ਾ ਬਦਲ ਜੂਗੀ, ਕਿਉਂਕਿ ਪੱਤਰਕਾਰਾਂ ਦੇ ਮਾਲਕਾਂ ਦਾ ਕੰਟਰੋਲ ਆ, ਮਾਲਕਾਂ ਤੇ ਸਰਕਾਰਾਂ ਦਾ ਕੰਟਰੋਲ ਆ। ਠੀਕ ਹੈ ਜੀ। ਅਤੇ ਇਸ ਕਰਕੇ ਲੋਕ ਉਦੋਂ ਵਰਤੇ ਜਾ ਰਹੇ ਨੇ। ਹੁਣ ਇਹ ਆ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਬਰਨਿੰਗ ਇਸ਼ੂ ਨੇ, ਇਸ਼ੂ ਨੂੰ ਤੁਸੀਂ ਡਿਵਰਟ ਕਰਨਾ। ਠੀਕ ਹੈ। ਉਹ ਮਹੀਨੇ ਵਾਰੀ ਵੱਜੇ ਆ ਕਿ ਇਸ ਵਾਰ ਕੰਗਣਾ ਰਣੌਤ ਬੋਲੂਗੀ, ਫਿਰ ਨੈਸ਼ਨਲ ਮੀਡੀਆ ਬੋਲੂਗਾ, ਫਿਰ ਆਹ ਬੋਲੂਗਾ, ਫਿਰ ਸਾਧਵੀ ਪ੍ਰਗਿਆ ਬੋਲ ਦੂਗੀ, ਫਿਰ ਕੋਈ ਸਮ੍ਰਿਤੀ ਰਾਣੀ ਕੋਈ ਸਟੇਟਮੈਂਟ ਦੇ ਦੂਗੀ, ਫਿਰ ਕੋਈ ਉੱਥੋਂ ਦਾ ਮਿਨਿਸਟਰ ਕੋਈ ਬੋਲ ਦੂਗਾ ਕਿ ਬੇਸ਼ਰਮ ਰੰਗ ਤੇ। ਫਿਰ ਉਦੋਂ ਲਾਹਨਤਾਂ ਪਈਆਂ ਜਦੋਂ ਬੀਜੇਪੀ ਦਾ ਜਿਹੜਾ MP ਆ, ਉਹ ਵੀ ਇੱਕ ਫਿਲਮ ਦੇ ਵਿੱਚ ਬੜਾ ਗੰਦਾ ਅਸ਼ਲੀਲ ਗਾਣਾ ਫਿਲਮਾਇਆ ਗਿਆ ਸੀ, ਅਤੇ ਉਹ ਆਪ ਭਗਵਾ ਰੰਗ, ਉਹ ਲੇਡੀ ਐਕਟਰਸ ਸੀ ਭੋਜਪੁਰੀ, ਉਹਨੇ ਭਗਵਾ ਰੰਗ ਹੀ ਪਾਇਆ ਸੀ, ਅਤੇ ਉਹ ਵੀ ਅਸ਼ਲੀਲ ਫਿਲਮਾਇਆ ਗਿਆ। ਫਿਰ ਥੋੜ੍ਹਾ ਜਿਹਾ ਬੀਜੇਪੀ ਬੈਕਫੁੱਟ 'ਤੇ ਆਈ, ਫਿਰ ਪ੍ਰਧਾਨ ਮੰਤਰੀ ਨੂੰ ਸਟੇਟਮੈਂਟ ਦੇਣੀ ਪਈ। ਅਤੇ ਮੈਨੂੰ ਲੱਗਦਾ ਕੰਗਣਾ ਰਣੌਤ ਦੀ ਕੋਈ ਹੈ ਨਹੀਂ ਆ ਵੀ ਕੰਗਣਾ ਰਣੌਤ ਦੇ ਕਹਿਣ 'ਤੇ ਦੇਸ਼ ਚੱਲਣਾ ਨਹੀਂ, ਉਹਨੂੰ ਭੁਲੇਖਾ ਹੈਗਾ। ਅਤੇ ਕੰਗਣਾ ਰਣੌਤ ਦੇ ਕਹਿਣ 'ਤੇ ਲੋਕਾਂ ਨੇ ਥੋੜ੍ਹਾ ਡਿਸਾਈਡ ਕਰਨਾ ਹੈਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਖਾਲਿਸਤਾਨ ਕਹਿ ਕੇ ਤੁਸੀਂ ਸਿੱਖਾਂ ਨੂੰ ਕਿੰਨੀ ਕੁ ਵਾਰ ਕੁੱਟੀ ਜਾਓਗੇ। ਉਹ ਸਿੱਖਾਂ ਨੂੰ ਤੁਸੀਂ ਖਾਲਿਸਤਾਨ ਦੀ ਇੱਕ ਉਹ ਕਹਿ ਸਕਦੇ ਕਿ ਉਸ ਜਾਲ 'ਚ ਫਸਾ ਦਿੱਤਾ ਹੈਗਾ ਕਿ ਜੀ ਸਿੱਖ ਜੀ ਖਾਲਿਸਤਾਨੀ ਕਿਹੜਾ ਖਾਲਿਸਤਾਨੀ ਆ? ਇਹਦੇ ਸਿੱਖਾਂ ਦੀ ਕੁਰਬਾਨੀ ਦਾ ਕਦੀ ਮੁੱਲ ਨਹੀਂ ਪਿਆ ਹੈਗਾ। ਹਿੰਦੁਸਤਾਨ ਦੀਆਂ ਬਾਰਡਰ ਲੈ ਕੇ ਜੇ ਸਿੱਖ ਮੁੰਡੇ ਵਾਪਸ ਆ ਜਾਣ ਤੇ ਫਿਰ ਸਾਂਭ ਲੈਣਗੇ ਸਾਰੇ ਬਾਰਡਰ। ਸਾਨੂੰ ਸਿੱਖ ਕੌਮ ਨੂੰ ਪੜ੍ਹਾਇਆ ਜਾ ਰਿਹਾ ਹੈਗਾ ਸੈਕੂਲਰ ਦਾ ਤੇ ਨੈਸ਼ਨਲਿਸਟ ਦਾ। ਉਨੀ ਤਾਂ ਨੈਸ਼ਨਲਿਸਟ ਕੋਈ ਨਾ ਹਿੰਦੂ ਆ ਦੇਸ਼ ਦਾ, ਨਾ ਮੁਸਲਮਾਨ ਆ, ਨਾ ਈਸਾਈ ਆ, ਜਿੱਡਾ ਵੱਡਾ ਸਿੱਖ ਆ। ਸਿੱਖਾਂ ਤੋਂ ਵੱਡਾ ਕੋਈ ਰਾਸ਼ਟਰਵਾਦ ਨਹੀਂ ਹੈਗਾ, ਅਤੇ ਸਿੱਖਾਂ ਤੋਂ ਵੱਡਾ ਨਾ ਇਹ ਕੰਗਣਾ ਰਣੌਤ ਆ ਅਤੇ ਨਾ ਹੀ ਕੰਗਣਾ ਰਣੌਤ ਦੇ ਪੂਰਵਜ ਹੋਣਗੇ। ਇਹ ਪੜ੍ਹ ਲੈਣੇ ਚਾਹੀਦੇ, ਕਸ਼ਮੀਰੀ ਪੰਡਤਾਂ ਬਾਰੇ ਪੜ੍ਹ ਲੈਣਾ ਚਾਹੀਦਾ ਹੈਗਾ। ਪੜ੍ਹ ਲੈਣਾ ਚਾਹੀਦਾ ਕਿ ਜਦੋਂ ਮਹਿਮੂਦ ਗਜ਼ਨਵੀ ਅਤੇ ਗੌਰੀ ਮੰਦਰ ਲੁੱਟ ਕੇ ਲੈ ਕੇ ਜਾਂਦੇ ਸੀ, ਜਨਾਨੀਆਂ ਲੈ ਕੇ ਜਾਂਦੇ ਸੀ, ਉਹ ਪੜ੍ਹ ਲੈਣਾ ਚਾਹੀਦਾ ਸੀ, ਉਹ ਇਤਿਹਾਸ ਪੜ੍ਹ ਲੈਣੇ ਚਾਹੀਦੇ ਸੀ ਨਾ। ਅਤੇ ਇਹ ਮੈਨੂੰ ਲੱਗਦਾ ਕਿ ਇਹ ਆ ਕਿ ਇਹਨੂੰ ਮੈਨੂੰ ਲੱਗਦਾ ਮਸਾਂ ਜੇ ਦਾ ਟਵਿੱਟਰ ਦੁਬਾਰਾ ਚੱਲਣਾ ਸ਼ੁਰੂ ਹੋ ਗਿਆ, ਅਤੇ ਟਵਿੱਟਰ ਦਾ ਮਤਲਬ ਉਹ ਇਹ ਚੈਂ ਅਤੇ ਹੁਣ ਚੈਂ ਤਾਂ ਕਿਤੇ ਨਾ ਕਿਤੇ ਕੰਗਣਾ ਰਣੌਤ ਨੇ ਕਰਨੀ। ਉਹਨੂੰ ਲੱਗਦਾ ਕਿ ਇਹ ਮੁੱਦਾ ਆ ਗਿਆ ਅਤੇ ਮੈਂ ਲੱਗਦਾ ਕਿ ਅਗਲੀ ਪ੍ਰਾਈਮ ਮਿਨਿਸਟਰ ਮੈਨੂੰ ਹੀ ਬਣਾ ਦੇਣਗੇ ਬੀਜੇਪੀ ਵਾਲੇ, ਬਸ ਇੰਨਾ ਕੀ ਆ। ਪਰ ਮੈਨੂੰ ਲੱਗਦਾ ਕਿ ਕੰਗਣਾ ਰਣੌਤ ਇੱਕ ਹਲਕੀ ਐਕਟਰ ਆ। ਇਸ ਤੋਂ ਬਹੁਤ ਖੂਬਸੂਰਤ ਅਤੇ ਬਹੁਤ ਲਿਆਕਤ ਵਾਲੇ ਐਕਟਰ ਬਾਲੀਵੁੱਡ ਭਰਿਆ ਪਿਆ। ਇਸ ਤੋਂ ਪਹਿਲਾਂ ਵੀ, ਹੁਣ ਵੀ, ਅਤੇ ਗਾਂਹ ਵੀ ਆਉਣਗੇ। ਲੇਕਿਨ ਜਿੰਨੀ ਕੰਗਣਾ ਰਣੌਤ ਸਿੱਖਾਂ ਬਾਰੇ, ਕਿਸਾਨਾਂ ਬਾਰੇ ਜਿੰਨਾ ਇਹਨੇ ਆਪਣੇ ਮੂੰਹੋਂ ਭੈੜੇ ਤੋਂ ਭੈੜੇ ਸ਼ਬਦ ਬੋਲੇ ਨੇ, ਉਹਨੇ ਕਿਸੇ ਨੇ ਹੋਰ ਨਹੀਂ ਬੋਲੇ। ਹੁਣ ਇੱਕ ਹੋਰ ਹੀ ਬਕਵਾਸ ਮਾਰਤਾ ਜਿਹੜੇ ਸਟੇਟਮੈਂਟਾਂ ਛਪੀਆਂ, ਮੈਂ ਡਿਬੇਟ ਕਰਨ ਨੂੰ ਤਿਆਰ ਹਾਂ, ਮੈਨੂੰ ਗੋਲੀ ਨਾ ਕੋਈ ਮਾਰ ਦੇ। ਦੱਸ ਕੋਈ ਗੱਲ ਹੈ? ਤੁਸੀਂ ਹੈ ਕੌਣ ਜੇ? ਨਾ ਤਿੰਨਾਂ 'ਚੋਂ, ਨਾ 13 'ਚੋਂ, ਨਾ ਖਿਡਾਰੀਆਂ 'ਚੋਂ, ਨਾ ਸਪੇਅਰਾਂ 'ਚੋਂ, ਨਾ ਤੁਸੀਂ ਹੈ ਕੌਣ? ਔਰ ਤੁਸੀਂ ਡਿਬੇਟ ਕਿਉਂ ਕਰਨੀ ਜਦ ਪੰਜਾਬ ਦਾ ਬੰਦਾ, ਬੁੱਢੀ, ਬੱਚਾ ਕੋਈ ਡਿਬੇਟ ਇਸ ਮਸਲੇ 'ਤੇ ਨਹੀਂ ਕਰਨ ਨੂੰ ਤਿਆਰ? ਤੁਸੀਂ ਕੋਈ ਮਾਸੀ ਭੂਆ ਬਣਨ ਨੂੰ ਤਿਆਰ ਬੈਠੇ ਹੋ। ਠੀਕ ਹੈ। ਔਰ ਫਿਰ ਤੁਸੀਂ ਪਹਿਲਾਂ ਕਿਸਾਨਾਂ ਨੂੰ ਬਦਨਾਮ ਕੀਤਾ ਹੈਗਾ। ਕੰਗਣਾ ਰਣੌਤ ਦੇ ਕਹਿਣ 'ਤੇ ਦੇਸ਼ ਨਹੀਂ ਨਾ ਚੱਲਣਾ ਹੈਗਾ। ਅਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹਨੂੰ ਉਸ ਲੈਵਲ ਦੀ ਗੱਲ ਕਰਨੀ ਚਾਹੀਦੀ ਜਿਹੜੀ ਫੱਬਦੀ ਆ। ਉਹ ਗੱਲ ਨਾ ਹੀ ਕਰਨੀ ਚਾਹੀਦੀ ਜਿਹੜੀ ਨੁਕਸਾਨ ਹੋਵੇ। ਵੀ ਜੋ ਡਿਬੇਟ ਜੋ ਇਹ ਕਰਨੀ ਹੈਗੀ ਆ, ਡਿਬੇਟ ਮੋਹਨ ਭਾਗਵਤ ਨਾ ਕਰੇ ਨਾ,
ਪੁੱਛੇ ਉਹਨੂੰ ਕਿ ਹਿੰਦੂ ਰਾਸ਼ਟਰ ਚਾਹੀਦਾ ਕਿ ਨਹੀਂ ਚਾਹੀਦਾ, ਕਿਉਂ ਚਾਹੀਦਾ ਹੈਗਾ। ਹਿੰਦੂ ਰਾਸ਼ਟਰ ਕਿਸੇ ਦਾ ਕਿਸੇ ਪਿਓ ਦਾ ਹੈਗਾ। ਹਿੰਦੂ ਰਾਸ਼ਟਰ ਰਾਹਤ ਦੌਰੀ ਸਾਹਿਬ ਦੇ ਬੜੇ ਖੂਬਸੂਰਤ ਨਜ਼ਮ ਹੀ, ਠੀਕ ਹੈ। ਇਹਦੇ 'ਚ ਤਾਂ ਹਰ ਇੱਕ ਦਾ ਖੂਨ ਪਸੀਨਾ ਵਾ, ਕੱਲਾ ਹਿੰਦੂਆਂ ਦਾ ਨਹੀਂ ਹੈਗਾ। ਤੇ ਜੇ 3-4 ਹਿੰਦੂ ਇਹ ਕੰਗਨਾ ਰਣੌਤ ਵਰਗੇ ਉਹ ਜਿਹੜੀ ਸਾਧਵੀ ਪ੍ਰਗਿਆ ਵਰਗੇ ਹੈ, ਜਾਂ ਬੀਜੇਪੀ ਵਾਲੇ ਜਾਂ RSS ਵਾਲੇ, ਉਹ ਥੋੜ੍ਹਾ ਦੇਸ਼ ਆ। ਦੇਸ਼ ਤੇ ਲੋਕ ਵੰਨਗੀਆਂ ਦਾ, ਵੱਖ-ਵੱਖ ਧਰਮਾਂ ਦਾ, ਵੱਖ-ਵੱਖ ਫਿਰਕਿਆਂ ਦਾ, ਵੱਖ-ਵੱਖ ਜਾਤਾਂ ਦਾ ਹੈਗਾ, ਉਹਨਾਂ ਦਾ ਦੇਸ਼ ਆ। ਤੇ ਇਹਨਾਂ ਦਾ ਦੇਸ਼ ਥੋੜ੍ਹਾ ਹੈਗਾ। ਇਤਿਹਾਸ ਫਰੋਲੋ, ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕਿੰਨਾ ਯੋਗਦਾਨ ਪਾਇਆ ਹੈਗਾ, ਉਹ ਕਾਂਗਰਸ ਨੇ ਤੇ ਹੋਰ ਲੋਕਾਂ ਨੇ, ਰਾਸ਼ਟਰਵਾਦੀ ਲੋਕਾਂ ਨੇ ਪਾਇਆ। ਤੇ ਇਹ ਇਤਿਹਾਸ ਫਰੋਲਣ ਕਿ ਮਹਾਤਮਾ ਗਾਂਧੀ ਦਾ ਕਤਲ ਕਰਨ ਵਾਲੇ ਕਿਹੜੇ ਲੋਕ ਸੀ ਨਾ, ਫਿਰ ਸਾਰੀ ਜਿਹੜੀ ਸਥਿਤੀ ਉਹ ਸਪਸ਼ਟ ਹੋ ਜਾਊਗੀ। ਬਹੁਤ ਸ਼ੁਕਰੀਆ। ਧੰਨਵਾਦ। ਪ੍ਰੋਗਰਾਮ 16 ਨੇ ਸੱਚ ਵਿੱਚ ਗੱਲ ਕੀਤੀ ਹੈ ਕਿ ਕੰਗਨਾ ਰਣੌਤ ਅਜਿਹੀਆਂ ਟਿੱਪਣੀਆਂ ਕਿਉਂ ਕਰਦੀ ਹੈ, ਜੇ ਕਰਦੀ ਹੈ ਤੇ ਇਸ ਦਾ ਮਕਸਦ ਕੀ ਹੈ, ਕੌਣ ਸ਼ਹਿ ਦਿੰਦਾ ਹੈ, ਕੌਣ ਸ਼ੈਲਟਰ ਦਿੰਦਾ ਹੈ। ਇਸ ਮਸਲੇ ਬਾਰੇ ਤੁਸੀਂ ਕੀ ਸੋਚਦੇ ਹੋ? ਇਸ ਦੀਆਂ ਟਿੱਪਣੀਆਂ ਦਾ ਕੀ ਜਵਾਬ ਹੋਣਾ ਚਾਹੀਦਾ ਜਾਂ ਫਿਰ ਇਗਨੋਰ ਕਰਨਾ ਚਾਹੀਦਾ? ਆਪਣੀ ਰਾਏ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਫਿਲਹਾਲ ਇਸ ਅੱਜ ਦੀ ਚਰਚਾ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।